ਨਿਤ ਦੀ ਕਿਰਿਆ ਗੁਰਸਿੱਖ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਬੇਨਤੀ ਕਰਕੇ ਫਿਰ ਆਪਾਂ ਕਥਾ ਆਰੰਭ ਕਰਦੇ ਹਾਂ। ਸਾਧ ਸੰਗਤ ਜੀ, ਮਹਾਰਾਜ ਨੇ ਗੁਰਸਿੱਖ ਦੀ ਨਿਤ ਦੀ ਕਿਰਿਆ 52 ਹੁਕਮਾਂ 'ਚ ਹੀ ਕਹਿ ਦਿੱਤੀ ਹੈ। ਜਿਹੜੇ ਸਤਿਗੁਰਾਂ ਜੀ ਨੇ ਇੱਥੇ 52 ਹੁਕਮ ਕੀਤੇ ਆ ਨਾ, ਉਹਨਾਂ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਚਾਹੀਦਾ। ਇਹੀ ਗੁਰਸਿੱਖ ਦੀ ਨਿਤ ਦੀ ਕਿਰਿਆ। ਉਹਦੇ 'ਚ ਅੰਮ੍ਰਿਤ ਵੇਲੇ ਉੱਠਣ ਦਾ ਮਹਾਰਾਜ ਨੇ ਲਿਖਿਆ। ਫਿਰ ਕਿਹਾ ਕਿ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਨਹੀਂ ਉਹ ਮੇਰਾ ਪੁੱਤਰ ਨਹੀਂ ਹੋ ਸਕਦਾ, ਜਿਹੜਾ ਸੂਰਜ ਚੜ੍ਹੇ ਉੱਠੇ। ਇਹ ਉਸ 52 ਹੁਕਮਾਂ 'ਚ ਲਿਖਿਆ ਹੋਇਆ ਮਹਾਰਾਜ ਜੀ ਨੇ। ਤੇ ਇੱਕ ਜੀਵਨ ਦੀ ਬੜੀ ਜੁਗਤ ਛੁਪੀ ਹੋਈ ਆ ਉਹਨਾਂ 52 ਹੁਕਮਾਂ ਦੇ ਅੰਦਰ। ਜ਼ਰੂਰ ਉਹਨਾਂ ਨੂੰ ਪੜ੍ਹਨਾ ਤੇ ਵਿਚਾਰਨਾ ਚਾਹੀਦਾ ਹੈ ਕਿ ਮਨਾ ਤੂੰ ਇਹਨਾਂ ਵਿੱਚੋਂ ਸਤਿਗੁਰਾਂ ਜੀ ਦੇ ਕਿੰਨੀ ਕੁ ਆਗਿਆ ਮੰਨਦਾ, ਕਿੰਨੇ ਕੁ ਹੁਕਮ ਮੰਨਦਾ। ਤੋ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕਰਕੇ, ਕਿਉਂਕਿ ਹੁਣ ਕਈਆਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਮੈਂ ਹੁਣ ਗੁਰਮੰਤਰ ਜਪਾਂ, 5 ਬਾਣੀਆਂ ਪੜ੍ਹ ਲਾਂ, ਕੀ ਕਰਾਂ। ਉਹ ਸਾਧ ਸੰਗਤ ਜੀ ਵਿਹਾਰ ਮੁਤਾਬਕ ਹੁੰਦਾ ਹੈ। ਜੇ ਤੁਸੀਂ ਦਿਨੇ ਕੋਈ ਕਿਰਤ ਕਰਨੀ ਹੈ ਤੇ ਬਾਣੀ ਪੜ੍ਹਦਿਆਂ ਹੋਇਆਂ ਮਨ ਵਿਚਰਦਿਆਂ ਫਿਰ ਘੱਟ ਟਿਕਦਾ ਹੈ। ਇਸ ਕਰਕੇ ਕੀ ਹੈ ਕਿ ਪਹਿਲੋਂ ਇਸ਼ਨਾਨ ਕਰਕੇ ਆਪਦਾ ਨਿਤਨੇਮ ਜਿੰਨਾ ਹੈ ਉਹ ਕਰ ਲਓ। ਜਿੰਨਾ ਸਮਾਂ ਬਚਦਾ ਫਿਰ ਉਸ ਸਮੇਂ ਵਿੱਚ ਬਹਿ ਕੇ ਗੁਰਮੰਤਰ ਜਪੋ, ਮੂਲ ਮੰਤਰ ਜਪੋ। ਉਹਦਾ ਇਹ ਹੈ ਕਿ ਮੈਂ ਮੰਤਰ ਕਿਹੜਾ ਜਪਾਂ, ਜਿਸ ਮੰਤਰ ਦੇ ਅੰਦਰ ਧਿਆਨ ਜ਼ਿਆਦਾ ਟਿਕੇ। ਤੇ ਸਾਧ ਸੰਗਤ ਜੀ ਕੀ ਹੈ ਕਿ ਗੁਰਮੰਤਰ ਜੋ ਹੈ ਨਾ, ਉਹ ਛੇਤੀ ਜਿਹੜਾ ਹੈ ਧਿਆਨ ਨੂੰ ਪਕੜ ਲੈਂਦਾ ਹੈ। ਪਰ ਕੀ ਹੈ ਕਿ ਜੇ ਬਿਲਕੁਲ ਨਾ ਟਿਕਦਾ ਹੋਵੇ, ਗੁਰਮੰਤਰ ਦੇ ਸਮੇਂ ਫੁਰਨੇ ਹੀ ਫੁਰਨੇ ਆਈ ਜਾਣ, ਉਹਦੇ 'ਤੇ ਮਿਹਨਤ ਜ਼ਿਆਦਾ ਫਿਰ ਕਰਨੀ ਪੈਂਦੀ ਹੈ। ਤੇ ਜੇ ਘੱਟ ਮਿਹਨਤ ਕਰਨਾ ਚਾਹੁੰਦੇ ਆ ਤਾਂ ਫਿਰ ਮੂਲ ਮੰਤਰ ਹੈ। ਮੂਲ ਮੰਤਰ ਬਹੁਤ ਜਲਦੀ ਮਨ ਨੂੰ ਜਿਹੜਾ ਹੈ ਉਹ ਸਾਧ ਸੰਗਤ ਜੀ ਵਸੀਕਾਰ ਕਰਦਾ ਹੈ। ਤੇ ਮੂਲ ਮੰਤਰ ਨੂੰ ਜਪ ਕੇ ਗੁਰਸਿੱਖ ਫਿਰ ਗੁਰਮੰਤਰ ਦਾ ਅਭਿਆਸ ਵੀ ਕਰ ਲੈਂਦੇ ਆ। ਇਹ ਜੋ ਸਤਿਗੁਰਾਂ ਸਾਨੂੰ ਬਖਸ਼ਿਸ਼ ਕੀਤੇ ਆ ਨਾ, ਇਹ ਸਭ ਇੱਕ ਰੂਪ ਹੈ। ਫਿਰ ਗੁਰਸਿੱਖ ਨੂੰ ਪਤਾ ਲੱਗ ਜਾਂਦਾ ਜਦੋਂ ਰਸ ਆਉਣ ਲੱਗ ਪੈਂਦਾ ਹੈ, ਸਮਾਂ ਆਪਣੇ ਆਪ ਹੀ ਵਧਣ ਲੱਗ ਪੈਂਦਾ ਹੈ। ਕਿਉਂਕਿ ਜਿਸ ਸਮੇਂ ਵਿੱਚ ਤੁਹਾਨੂੰ ਆਨੰਦ ਆਉਂਦਾ ਹੈ, ਰਸ ਆਉਂਦਾ ਹੈ, ਬੜੀ ਬੇਸਬਰੀ ਨਾਲ ਉਸ ਨੂੰ ਤੁਸੀਂ ਉਡੀਕਦੇ ਆ ਕਿ ਕਦੋਂ ਅੰਮ੍ਰਿਤ ਵੇਲਾ ਆਊਗਾ ਤੇ ਉੱਠਾਂਗੇ, ਭਜਨ ਕਰਾਂਗੇ। ਤੇ ਹੁਣ ਜਦੋਂ ਨਹੀਂ ਦਿਲ ਕਰਦਾ, ਅੱਛਾ ਹੋ ਗਈ ਸਵੇਰ, ਉੱਠੋ, ਮਨ ਮਰਿਆ ਜਿਹਾ, ਫਿਰ ਉੱਠਣਾ ਹੀ ਪੈਣਾ। ਅੱਛਾ, ਇਹ ਕਿਉਂਕਿ ਸਵਾਦ ਨਹੀਂ ਨਾ, ਰਸ ਨਹੀਂ ਬਣਿਆ ਹੈ, ਇਸ ਕਰਕੇ। ਤੇ ਅੰਮ੍ਰਿਤ ਵੇਲੇ ਦਾ ਉੱਠਣਾ, ਜਿਵੇਂ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਕਿਰਿਆ ਸੋਧਣੀ, ਕਿਉਂਕਿ ਕਿਰਿਆ ਨਾ ਸੋਧੀ ਜਾਵੇ ਤੇ ਤਾਂ ਵੀ ਧਿਆਨ ਤਾਂ ਕੀ ਟਿਕਣਾ, ਫਿਰ ਸਰੀਰ 'ਚ ਹੀ ਔਰ ਜਦੋਂ ਪੈ ਜੇ। ਤੇ ਕਿਰਿਆ ਦੀ ਸੋਧ ਵੀ ਜ਼ਰੂਰ ਕਰਨੀ। ਤੇ ਦਾਤਣ ਆਦਿਕ ਜਿਹੜੀ ਆ, ਮੁੱਖ ਮੰਜਣਾ ਆਦਿਕ ਜਿਹੜਾ ਹੈ ਉਹ ਜ਼ਰੂਰ ਕਰਨਾ। ਫਿਰ ਉਸ ਨੂੰ ਪਾੜ ਕੇ ਸੁੱਟਣਾ। ਇਹ ਸਾਰਾ ਮਹਾਰਾਜ ਜੀ ਨੇ ਰਹਿਤਨਾਮਿਆਂ ਵਿੱਚ ਦੱਸਿਆ ਹੋਇਆ। ਤੇ ਫਿਰ ਇਸ਼ਨਾਨ ਸੋਧ ਕਰਕੇ, ਹੋ ਸਕੇ ਤਾਂ ਕੇਸ਼ੀ ਇਸ਼ਨਾਨ ਕਰ ਲਵੇ, ਪਰ ਜੇ ਨਹੀਂ ਹੋ ਸਕੇ ਤਾਂ ਫਿਰ ਇਸ਼ਨਾਨ ਜ਼ਰੂਰ ਸੋਧੇ। ਸਰੀਰ ਕਈ ਵਾਰੀ ਬਿਰਧ ਅਵਸਥਾ ਵਿੱਚ ਢਿਲਾਈ ਸਹਿਤ ਹੋ ਜਾਂਦਾ ਹੈ, ਪਰ ਜੇ ਨਹੀਂ ਵੀ ਇਸ਼ਨਾਨ ਸੋਧਿਆ ਜਾਂਦਾ, ਕਮਾਈ ਜਵਾਨੀ ਵਿੱਚ ਇੰਨੀ ਕੀਤੀ ਹੋਵੇ ਕਿ ਫਿਰ ਬਿਨਾਂ ਇਸ਼ਨਾਨ ਤੋਂ ਵੀ ਸੁਰਤ ਜੁੜਨ ਲੱਗ ਪੈਂਦੀ ਹੈ। ਤੇ ਕਿਉਂਕਿ ਕਈ ਵਾਰੀ ਸਰੀਰ ਬੁਖਾਰ ਆਦਿਕ ਜਾਂ ਕੋਈ ਢਿਲਾਈ ਆਦਿਕ ਹੋਵੇ, ਪਰ ਨਾਮ ਦਾ ਰਸ ਨਹੀਂ ਗੁਰਮੁਖ ਛੱਡਦੇ। ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਜੇ ਦਿਨੇ ਸਮਾਂ ਹੈਗਾ ਤੇ ਫਿਰ ਅੰਮ੍ਰਿਤ ਵੇਲੇ ਧਿਆਨ ਟਿਕਾ ਕੇ, ਜੇ ਬਹੁਤ ਜ਼ਿਆਦਾ ਇਕਾਗਰਤਾ ਬਣਦੀ ਹੈ ਤੇ ਫਿਰ ਗੁਰਮੰਤਰ ਦੇ ਵਿੱਚ ਹੀ ਆਪਣੀ ਸੁਰਤ ਨੂੰ ਜਿਹੜਾ ਹੈ ਧਿਆਨ ਟਿਕਾ ਕਰਕੇ ਉਹਦਾ ਰਸ ਲਵੇ। ਜੇ ਫੁਰਨੇ ਆਉਂਦੇ ਤੇ ਮੂਲ ਮੰਤਰ ਦਾ ਜਾਪ ਕਰ ਲਏ। ਦਿਨੇ ਫਿਰ ਮਹਾਰਾਜ ਨੇ ਜਿਵੇਂ ਆਗਿਆ ਕੀਤੀ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਆਪ ਦਾ ਨਿਤਨੇਮ ਕਰੇ, ਸੇਵਾ ਕਰੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਹੈ। ਤੇ 10 ਨੌਹਾਂ ਦੀ ਕਿਰਤ ਕਰਨੀ ਵੀ ਜ਼ਰੂਰੀ ਹੈ। ਤੇ ਜਦੋਂ ਆਪਣੇ, ਕਿਉਂਕਿ ਮਹਾਰਾਜ ਨੇ 52 ਹੁਕਮਾਂ ਵਿੱਚ ਇਹ ਵੀ ਆਗਿਆ ਕੀਤੀ ਹੈ ਕਿ ਰੋਜ਼ ਕਥਾ ਤੇ ਕੀਰਤਨ ਵੀ ਸੁਣਨਾ ਜਾਂ ਕਰਨਾ, ਇਹ ਮਹਾਰਾਜ ਆਗਿਆ ਕੀਤੀ ਹੈ। ਤੇ ਗੁਰਮੁਖ ਪਿਆਰੇ ਕਈ ਪੁੱਛਦੇ ਆ ਕਿ ਗਿਆਨੀ ਜੀ ਕਥਾ ਕੀਰਤਨ ਸੁਣਨ ਦੇ ਅੱਜ ਸੋਰਸ ਬੜੇ ਹੈ, ਪਰ ਮਨ ਹੀ ਜਿਹੜਾ ਹੈ ਉਹ ਚੁਆਇਸ ਹੀ ਨਹੀਂ ਕਰ ਪਾਉਂਦਾ ਕਿ ਮੈਂ ਕਿਹੜੀ ਕਥਾ ਸੁਣਾ। ਫਲਾਣੇ ਚੈਨਲ 'ਤੇ ਆ ਰਹੀ ਆ, ਉਸ ਚੈਨਲ 'ਤੇ ਵੀ ਆ ਰਿਹਾ, ਉੱਥੇ ਕੀਰਤਨ ਆ ਰਿਹਾ ਹੈ, ਮੈਂ ਕਿਹੜਾ ਸੁਣਾ। ਤੋ ਸਾਧ ਸੰਗਤ ਜੀ ਇਹਦੇ ਵਿੱਚ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਗਿਆ ਕੀਤੀ ਹੈ। ਗੁਰਮਤਿ ਦੀ ਮਰਿਆਦਾ ਮੁਤਾਬਕ ਮਹਾਰਾਜ ਨੇ ਕਥਾ ਵੀ ਦੱਸੀ ਹੈ, ਗੁਰਮਤਿ ਦੀ ਮਰਿਆਦਾ ਮੁਤਾਬਕ ਕੀਰਤਨ ਵੀ ਦੱਸਿਆ ਹੈ। ਤੇ ਉਹਦਾ ਹੁਣ ਸਮਾਂ ਨਹੀਂ ਇੰਨਾ ਕਿ ਮੈਂ ਵਿਸਥਾਰ ਕਰਾਂ। ਤੁਹਾਨੂੰ ਆਪ ਨੂੰ ਵੀ ਖੋਜ ਕਰਨੀ ਚਾਹੀਦੀ ਹੈ ਕਿ ਇਹ ਭਾਈ ਕਥਾ ਸੰਸਾਰ ਦੀ ਹੋ ਰਹੀ ਹੈ ਕਿ ਜਾਂ ਗੁਰਬਾਣੀ ਦੀ ਹੋ ਰਹੀ ਹੈ। ਕੀਰਤਨ ਜਿਹੜਾ ਹੈ ਉਹ
ਇੱਧਰ ਉੱਧਰ ਜਾਇਆ ਜਾ ਰਿਹਾ ਕਿ ਜਾਂ ਸ਼ਬਦ ਦੇ ਵਿੱਚ ਕੇਂਦਰਿਤ ਹੋਇਆ ਜਾ ਰਿਹਾ ਹੈ। ਜਿਸ ਜਰੀਏ ਦੇ ਨਾਲ ਤੁਸੀਂ ਸ਼ਬਦ ਵਿੱਚ ਅਭੇਦ ਹੋ ਸਕੋ, ਉਹ ਕਥਾ ਤੇ ਕੀਰਤਨ ਨਾਲ ਜੁੜ ਜਾਓ। ਨਿਯਮ ਬਣਾਓ ਰੋਜ਼ ਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਗਿਆ ਕੀਤੀ ਕਿ ਭਾਈ ਧਰਮਸ਼ਾਲਾ ਜਾਣਾ, ਗੁਰਦੁਆਰੇ ਸਾਹਿਬ ਜਾਣਾ, ਦਸਵਾਂ ਦਸਵੰਧ ਕੱਢਣਾ ਤੇ ਕਿਰਤ ਦਸਾਂ ਨੌਹਾਂ ਦੀ ਕਰਨੀ। ਤੋ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਣਾ, ਮਿੱਠਾ ਬੋਲਣਾ, ਧਰਮ ਦੇ ਅਨੁਸਾਰ ਹਰ ਇੱਕ ਕਾਰਜ ਨੂੰ ਕਰਨਾ। ਕਿਸੇ ਵੀ ਕਾਰਜ ਦੀ ਆਰੰਭਤਾ ਵਿੱਚ ਗੁਰੂ ਸਾਹਿਬ ਦੀ ਆਗਿਆ ਲੈਣੀ ਤੇ ਸ਼ਾਮ ਦੇ ਵਕਤ ਸੋਧਰ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ। ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਕੇ ਬਰਾਜਣਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਬਰਾਜ ਜਾਣਾ ਤੇ 10 ਪਾਤਸ਼ਾਹੀਆਂ ਨੂੰ ਸਦਾ ਹਾਜ਼ਰ ਨਾਜ਼ਰ ਜਾਣਨਾ। ਜਦੋਂ ਪੁਰਾਤਨ ਗੁਰਸਿੱਖਾਂ ਦੇ ਵਿੱਚ ਇਹ ਵੇਖਿਆ ਸਾਧ ਸੰਗਤ ਜੀ, ਜੋ ਉਹ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਕਥਾ ਆਰੰਭ ਕਰਦੇ ਆ। ਕਿਉਂਕਿ ਕਹਿੰਦੇ ਆ ਉੱਠਦਿਆਂ ਸਾਰ ਕੀ ਕਰਨਾ ਚਾਹੀਦਾ ਹੈ, ਭਾਈ ਬਾਅਦ 'ਚ ਵਰਤਾ ਦਿਓ। ਉੱਠਦਿਆਂ ਸਾਰ ਕੀ ਕਰਨਾ ਚਾਹੀਦਾ ਹੈ? ਤੋ ਸਾਧ ਸੰਗਤ ਜੀ, ਗੁਰਸਿੱਖਾਂ ਦਾ ਨਿਯਮ ਹੈ, ਉੱਠਦਿਆਂ ਸਾਰ ਹੀ ਗੁਰਸਿੱਖ ਵਾਹਿਗੁਰੂ ਮੰਤਰ ਜਪਦੇ ਹੈ, 5 ਵਾਰੀ ਮੂਲ ਮੰਤਰ ਜਪਦੇ ਹੈ, ਫਿਰ 10 ਪਾਤਸ਼ਾਹੀਆਂ ਦਾ ਨਾਮ ਲੈਂਦੇ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਜਦੋਂ ਸਵੇਰੇ ਉੱਠਦਿਆਂ ਗੁਰ ਮੰਤਰ ਜਪਣਾ, ਮੂਲ ਮੰਤਰ ਜਪਣਾ, ਫਿਰ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਦਾ ਇਹ ਨਿਯਮ ਸੀ ਕਿ ਉਹ ਇਉਂ ਜਪਿਆ ਕਰਦੇ ਸੀ, ਦੋਵੇਂ ਹੱਥ ਜੋੜ ਕੇ ਧੰਨ ਧੰਨ ਜਾਗਦੀ ਜੋਤ ਗੁਰੂ ਨਾਨਕ ਸਾਹਿਬ ਜੀ, ਇਉਂ ਧੰਨ ਧੰਨ ਜਾਗਦੀ ਜੋਤ ਗੁਰੂ ਅੰਗਦ ਸਾਹਿਬ ਜੀ, ਇਉਂ 10 ਪਾਤਸ਼ਾਹੀਆਂ ਦਾ ਨਾਮ ਪਿਆਰ ਨਾਲ ਉਹ ਸਵੇਰੇ ਲਿਆ ਕਰਦੇ। ਫਿਰ ਆਪਣੀ ਕਿਰਿਆ ਸੋਧਣ ਵਾਸਤੇ ਜਿਹੜਾ ਸੀ ਉਹ ਸਾਰਾ ਕਰਦੇ, ਇਸ਼ਨਾਨ ਕਿਰਿਆ ਸੋਧ ਕੇ ਫਿਰ ਆਪਦਾ ਬਾਣੀ ਦਾ ਨਿਤਨੇਮ ਕਰਨ ਲੱਗ ਜਾਣਾ। ਤੇ ਇਹ ਸਾਧ ਸੰਗਤ ਜੀ ਗੁਰਸਿੱਖਾਂ ਦਾ ਜਿਹੜਾ ਪਿਆਰ ਹੈ ਸਤਿਗੁਰਾਂ ਜੀ ਦੇ ਨਾਲ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਗੁਰਮਤਿ ਦੀ ਰਹਿਣੀ ਸਤਿਗੁਰੂ ਜੀ ਬਖਸ਼ਿਸ਼ ਕਰਨ। ਤੇ ਮਹਾਰਾਜ ਜੀ ਨੇ ਸਾਨੂੰ ਇਹ ਆਗਿਆ ਕੀਤੀ ਹੈ ਕਿ ਜੇ ਤਾਂ ਤੁਸੀਂ ਸਾਰਿਆਂ ਨਾਲੋਂ ਸੰਸਾਰ ਦੇ ਅੰਦਰ ਮੇਰੇ ਸਰੂਪ ਵਿੱਚ ਰਹੇ ਤਾਂ ਵੱਖਰੇ ਰਹੋਗੇ। ਮਹਾਰਾਜ ਕਹਿੰਦੇ ਜੇ ਭਾਈ ਸੰਸਾਰ ਵਾਲੀਆਂ ਚਾਲਾਂ ਪਕੜ ਲਈਆਂ ਤਾਂ ਫਿਰ ਮਹਾਰਾਜ ਕਹਿੰਦੇ ਮੇਰਾ ਸਰੂਪ ਨਹੀਂ ਭਾਈ ਤੁਸੀਂ ਧਾਰਨ ਕੀਤਾ ਤਾਂ ਖੁਆਰ ਹੋਵੋਗੇ। ਇਹ ਮਹਾਰਾਜ ਆਗਿਆ ਕੀਤੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਮੈਂ ਥੋੜਾ ਵੀ ਤੇਜ ਪ੍ਰਤਾਪ ਆਪਣਾ ਵੱਖਰਾ ਨਹੀਂ ਰੱਖਿਆ, ਸਾਰਾ ਹੀ ਆਪਣੇ ਖਾਲਸੇ ਨੂੰ ਦੇਤਾ, ਪਰ ਜਦੋਂ ਤੱਕ ਨਿਆਰਾ ਰਹੇਗਾ। ਜਬ ਇਹ ਗਏ ਵਿਪਰਨ ਕੀ ਰੀਤ, ਜਦੋਂ ਵਿਪਰਨਾ ਵਾਲੀ ਰੀਤੀ ਪਕੜ ਲਈ ਮਹਾਰਾਜ ਕਹਿੰਦੇ ਫਿਰ ਅਸੀਂ ਕੀ ਭਰੋਸਾ ਕਰਨਾ ਆਪਦਾ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਿਹੜਾ ਹੈ ਨਾ ਰਹਿਤ ਮਰਿਆਦਾ ਬਖਸ਼ ਕੇ ਸਤਿਗੁਰਾਂ ਜੀ ਨੇ